ਅੱਜ ਅਸੀਂ ਲੀਨੀਅਰ ਪ੍ਰੋਗਰਾਮਿੰਗ ਦੇ ਅਗਲੇ ਸਮਸ ਕਰਾਂਗੇ। ਸੈਕਿੰਡ ਸਮ ਹੈ ਮਿਨੀਮਾਈਜ਼ z equal to 3x plus 4y. It's minus 3x plus 4y subject to x plus 2y less than or equal to 8, 3x plus 2y less than or equal to 12, x greater than or equal to 0, y greater than or equal to 0. ਜਿਹੜਾ ਅਸੀਂ ਪਿਛਲਾ ਸਮ ਕੀਤਾ ਸੀ ਉਹਦੇ ਵਿੱਚ ਮੈਕਸੀਮਾਈਜ਼ ਜ਼ੈਡ ਸੀ, ਇਹਦੇ ਵਿੱਚ ਮਿਨੀਮਾਈਜ਼ ਦਾ ਫੰਕਸ਼ਨ ਹੈ। ਸਟੈਪਸ ਸੇਮ ਹੋਣਗੇ ਸੋਲਿਊਸ਼ਨ ਦੇ ਵਿੱਚ, ਸਟੈਪ 1 2 3 ਐਂਡ 4। ਸਟੈਪ 1 'ਚ ਕੀ ਕਰਨਾ, ਇਹ ਜਿਹੜੇ ਸਾਨੂੰ ਕੰਸਟ੍ਰੇਂਟਸ ਦਿੱਤੇ ਹੋਏ ਨੇ, ਇਨਇਕੁਐਲਿਟੀਜ਼ ਨੇ, ਉਹਨਾਂ ਨੂੰ ਅਸੀਂ ਇਕੁਏਸ਼ਨ ਦੀ ਫਾਰਮ 'ਚ ਲਿਖ ਦੇਣਾ, ਇਕੁਅਲ ਟੂ ਲਿਖ ਕੇ ਨੰਬਰਿੰਗ ਕਰ ਦੇਣੀ ਹੈ। ਸਟੈਪ 2, ਪਿਕ ਇਕੁਏਸ਼ਨ 1, ਫਿਰ ਅਸੀਂ 3 ਲਾਈਨਸ ਲਿਖਣੀਆਂ ਨੇ ਜਿਹੜੀਆਂ ਪੁੱਟ ਤੋਂ ਸਟਾਰਟ ਹੋ ਰਹੀਆਂ ਨੇ। ਪੁੱਟ x equal to 0, then put y equal to 0, and last put x equal to 0 and y equal to 0. When we put x equal to 0, this implies first equation है, ਇਹਦੇ ਜਦੋਂ ਅਸੀਂ x 0 ਪੁੱਟ ਕਰ ਦਾਂਗੇ ਤਾਂ ਸਾਡੇ ਕੋਲ ਕੀ ਰਹਿ ਜਾਣਾ, 2y is equal to 8, ਉੱਥੋਂ y ਦੀ ਵੈਲਿਊ ਕਿੰਨੀ ਆ ਜਾਣੀ ਹੈ, 8/2 4, and we get the point a 0 4. Then put y equal to 0, this implies x is equal to 8, y ਨੂੰ 0 ਪੁੱਟ ਕਰੋਗੇ automatically x will be equal to 8. So the next point b is equal to point b is 8 0. ਅਸੀਂ ਇਹ ਦੋ ਪੁਆਇੰਟਸ ਦੇ ਨਾਲ ਇਸ ਇਕੁਏਸ਼ਨ ਦਾ ਗ੍ਰਾਫ ਡਰਾ ਕਰਨਾ, ਠੀਕ ਹੈ ਜੀ। ਨੈਕਸਟ ਅਸੀਂ ਲਿਖਿਆ ਸੀ ਪੁੱਟ x equal to 0 and y equal to 0, then 0 plus 0, ਦੋਨਾਂ 'ਚ 0 ਪੁੱਟ ਕਰ ਦਿਓ, 0 plus 0 ਕੀ ਬਣਿਆ 8। ਇਹਦੇ ਲਈ ਇਨਇਕੁਐਲਿਟੀ ਦੇਖਣੀ ਹੁੰਦੀ ਹੈ, 0 plus 0 less than or equal to 8, which is true. Therefore all the points below and on this line satisfy the given inequality. Below and on, ਜੇ not true ਆਂਦਾ ਫਿਰ ਲਿਖਣਾ ਸੀ above and on, ਠੀਕ ਹੈ। ਇਹ ਚੀਜ਼ ਤੁਹਾਨੂੰ ਯਾਦ ਹੋ ਜਾਣੀ ਚਾਹੀਦੀ ਹੈ ਹੁਣ ਤੱਕ। then we pick equation 2, ਉਹਦੇ ਵਿੱਚ ਸੇਮ ਪ੍ਰੋਸੀਜਰ ਹੈ, put x equal to 0, put y equal to 0, and third line put x equal to 0 and y equal to 0. ਇਹਦੇ ਨਾਲ ਵੀ ਸਾਨੂੰ 2 ਪੁਆਇੰਟਸ ਮਿਲ ਜਾਣਗੇ ਜਿਹੜੇ ਇਸ ਲਾਈਨ ਦੇ ਉੱਪਰ ਲਾਈ ਕਰਦੇ ਨੇ, ਠੀਕ ਹੈ। ਤੇ ਅਸੀਂ ਫਿਰ ਇਸ ਲਾਈਨ ਦਾ ਗ੍ਰਾਫ ਬਣਾਉਣਾ। ਇਹਦੇ ਵਿੱਚ ਵੀ ਜਿਹੜੀ ਟਰੂ ਨੋਟ ਟਰੂ ਵਾਲੀ ਗੱਲ ਹੈ ਉਹਦੇ ਵਿੱਚ ਟਰੂ ਆਇਆ, ਸੋ ਆਲ ਦਾ ਪੁਆਇੰਟਸ below and on this line satisfy the given inequality. Then equation 3 and 4 represent y-axis and x-axis. Now step 3 ਦੇ ਵਿੱਚ ਅਸੀਂ ਕੀ ਕਰਨਾ ਹੈ, ਅਸੀਂ ਰਫ ਗ੍ਰਾਫ ਡਰਾ ਕਰਨਾ ਤੇ ਫਿਜ਼ੀਬਲ ਰੀਜਨ ਦੱਸਣਾ ਕਿ ਕਿਹੜਾ ਬਣਿਆ। ਕੋਆਰਡੀਨੇਟ ਐਕਸਿਸ ਲੈ ਲਈਆਂ ਅਸੀਂ, ਉਹ ਸਾਰੇ ਪੁਆਇੰਟਸ ਲੈ ਲਏ ਤੇ ਉਹਨਾਂ ਨੂੰ ਮਾਰਕ ਕਰਕੇ 2 ਲਾਈਨਸ ਡਰਾ ਹੋ ਗਈਆਂ ਸਾਡੀਆਂ, ਇਕੁਏਸ਼ਨ 1 ਐਂਡ ਇਕੁਏਸ਼ਨ 2 ਵਾਲੀ। ਇਕੁਏਸ਼ਨ 3 ਕੀ ਹੈ, ਵਾਈ ਐਕਸਿਸ ਹੈ, ਵਾਈ ਐਕਸਿਸ ਹੋ ਗਈ ਇਹ, ਤੇ ਇਕੁਏਸ਼ਨ 4 ਕੀ ਹੈ, ਐਕਸ ਐਕਸਿਸ ਇਹ। ਤੇ ਚਾਰਾਂ ਲਾਈਨਸ ਦੇ ਵਿੱਚ ਜਿਹੜਾ ਸਪੇਸ ਹੈ ਬਾਉਂਡਡ ਹੈ, ਠੀਕ ਹੈ, ਉਹ ਸਾਡਾ ਫਿਜ਼ੀਬਲ ਰੀਜਨ ਹੈ। ਫਸਟ ਇਕੁਏਸ਼ਨ ਦੇ ਲਈ ਕੀ ਆਇਆ ਸੀ, ਬਿਲੋ ਐਂਡ ਔਨ, ਰਾਈਟ। ਤਾਂ ਫਸਟ ਇਕੁਏਸ਼ਨ ਦੀ ਕਿਹੜੀ ਲਾਈਨ ਹੈ, ਇਹ ਵਾਲੀ ਹੈ, ਸੌਰੀ ਇਹ ਹੈ, ਠੀਕ ਹੈ। ਇਹਦੇ ਬਿਲੋ ਵਾਲਾ ਪੋਰਸ਼ਨ, ਇਹਦੇ ਬਿਲੋ ਕਿਹੜਾ ਪੋਰਸ਼ਨ ਆਉਂਦਾ, ਇਹਦੇ ਬਿਲੋ ਵੈਸੇ ਇੱਥੋਂ ਤੋਂ ਲੈ ਕੇ ਇੱਥੇ ਤੱਕ ਇਹ ਸਾਰਾ ਪੋਰਸ਼ਨ ਇਹਦੇ ਬਿਲੋ ਆਉਂਦਾ, ਠੀਕ ਹੈ। ਬਟ ਫਿਜ਼ੀਬਲ ਰੀਜਨ ਦੇ ਵਿੱਚ ਅਸੀਂ ਕਾਮਨ ਰੀਜਨ ਲੈਣਾ ਹੁੰਦਾ, ਠੀਕ ਹੈ। ਇਹਦੇ ਵਿੱਚ ਤਾਂ ਇਹ ਸਾਰਾ ਇਹਦੇ ਬਿਲੋ ਆ ਗਿਆ, ਬਟ ਜਿਹੜੀ ਦੂਸਰੀ ਲਾਈਨ ਹੈ ਉਹਦੇ ਬਿਲੋ ਕੀ ਹੈ, ਉਹਦੇ ਬਿਲੋ ਇਹ ਹੈ ਸਾਰਾ, ਤਾਂ ਕਾਮਨ ਕੀ ਹੋਇਆ,
कॉमन रीजन ये है, राइट। दिस इज द फिजिबल रीजन विच इज O A P D। नाउ ਜਿਹੜੇ ਇਹਦੇ कॉर्नर पॉइंट्स ਬਣਦੇ ਨੇ, O ਸਾਨੂੰ पता है 0 0 है, A भी पता 0 4 है, एक पॉइंट है D दैट इज़ 4 0, बट P पॉइंट सानू नहीं पता। सानू ये P पॉइंट हुण फाइंड आउट करना पैना, ठीक है। ये ਇਹਦੇ ਵਿੱਚ पिछले सम ਦੇ ਨਾਲੋਂ थोड़ा ਜਿਹਾ एक्स्ट्रा काम हो जाना। We will find this coordinates of this point P। ਉਹਦੇ ਲਈ ਅਸੀਂ ਕੀ ਕਰਨਾ, ਅਸੀਂ ਇਹ ਦੋਨੋਂ ਇਕੁਏਸ਼ਨਸ ਲਿਖ ਲਈਆਂ 1 and 2। ਇਹ 1 and 2 ਇਕੁਏਸ਼ਨ 1 and 2 ਦਾ ਪੁਆਇੰਟ ਆਫ ਇੰਟਰਸੈਕਸ਼ਨ ਹੈ ਨਾ, ਇਸ ਲਾਈਨ ਦਾ ਤੇ ਇਸ ਲਾਈਨ ਦਾ ਪੁਆਇੰਟ ਆਫ ਇੰਟਰਸੈਕਸ਼ਨ ਹੈ। ਤਾਂ ਅਸੀਂ ਇਹ ਇਕੁਏਸ਼ਨਸ ਨੇ ਜਿਹੜੀਆਂ ਦੁਬਾਰਾ ਤੋਂ ਲਿਖ ਲਈਆਂ। ਉਸ ਤੋਂ ਬਾਅਦ ਇਹਦਾ ਜਿਹੜਾ ਪੁਆਇੰਟ ਆਫ ਇੰਟਰਸੈਕਸ਼ਨ ਕੱਢਣ ਦਾ ਜਿਹੜਾ ਤਰੀਕਾ ਹੈ ਉਹ ਤੁਸੀਂ 10th ਕਲਾਸ ਦੇ ਵਿੱਚ ਕੀਤਾ ਹੋਇਆ। ਸਿੰਪਲ ਹੈ, ਦੇਖੋ ਤੁਸੀਂ ਕੀ ਕਰਨਾ, x ਤੇ y ਦੇ ਕੋਫੀਸ਼ੀਐਂਟਸ ਦੇਖੋ ਦੋਨੋਂ ਇਕੁਏਸ਼ਨਸ ਦੇ ਵਿੱਚ। you find that coefficient of y is same in both the equations, ठीक है। ਅਸੀਂ ਜੇ ਇਸ ਇੱਕ ਚੋਂ ਦੂਸਰੀ ਇਕੁਏਸ਼ਨ ਨੂੰ ਮਾਈਨਸ ਕਰ ਦਈਏ, ਕਿਉਂਕਿ y ਕੋਫੀਸ਼ੀਐਂਟ y ਦਾ ਸੇਮ ਹੈ, ਤਾਂ y ਵਾਲਾ ਜਿਹੜੀ ਟਰਮ ਹੈ ਉਹ ਕੈਂਸਲ ਆਊਟ ਹੋ ਜੂਗੀ। ਦੇਖੋ ਅਸੀਂ 2 - 1 ਕਰ ਰਹੇ ਹਾਂ, 2 - 1 gives 3x + 2y = 12। ਉਹਦੇ ਅੱਗੇ ਨੀਚੇ ਅਸੀਂ ਇਕੁਏਸ਼ਨ 1 ਲਿਖ ਰਹੇ ਹਾਂ x + 2y = 8। ਮਾਈਨਸ ਕਰਨਾ ਹੈ, ਠੀਕ ਹੈ। ਇਸ ਕਰਕੇ all the signs will be changed, minus minus minus। what do we get? 2y - 2y same ਸੀ ਨਾ, ਇਹ ਕੈਂਸਲ ਆਊਟ ਹੋ ਗਏ। 3x - x is 2x, 12 - 8 is 4, so we get 2x is equal to 4। this implies x is equal to 4/2, that is 2। now putting x equal to 2 in 1, ਇਹਨਾਂ ਦੋਨਾਂ ਚੋਂ ਕਿਸੇ ਇਕੁਏਸ਼ਨ ਦੇ ਵਿੱਚ x ਦੀ ਵੈਲਿਊ ਪੁੱਟ ਕਰ ਦਿਓ, ਉਦੋਂ ਤੁਹਾਨੂੰ y ਦੀ ਵੈਲਿਊ ਮਿਲ ਜੂਗੀ। ਤਾਂ y 3 ਆ ਗਿਆ, ਪੁਆਇੰਟ ਦੇ ਕੋਆਰਡੀਨੇਟਸ ਕੀ ਹੋ ਗਏ 2 3। ਹੁਣ ਸਟੈਪ 4 ਇਹ ਸੇਮ ਹੈ ਜਿਵੇਂ ਅਸੀਂ ਲਾਸਟ ਸਮ ਦੇ ਵਿੱਚ ਕੀਤਾ ਸੀ। ਕਾਰਨਰ ਪੁਆਇੰਟਸ ਲਿਖ ਲੈਣੇ ਆ ਸਾਰੇ, ਉਹਦੇ ਉੱਪਰ z ਦੀ ਵੈਲਿਊ ਫਾਈਂਡ ਆਊਟ ਕਰਨੀ ਹੈ, ਠੀਕ ਹੈ। ਜਿਹੜਾ ਲਿਖਿਆ ਹੋਇਆ ਸੀ ਨਾ ਕਿ ਮਿਨੀਮਾਈਜ਼ z, ਤਾਂ z is equal to -3x + 4y। फर्स्ट पॉइंट 0 0 है, x की थां ते 0 लिखना, y की थां ते 0 लिखना, तो ये पूरा टर्म 0 हो जाएगी, ये भी 0 हो जाएगी। आंसर की आ जाना 0 + 0 0। फिर ये पॉइंट पुट कर दो, वैल्यू आई 16, अगले ते 6 आई है एंड देन -12। हुण असीं मिनीमम वैल्यू लिखनी है, तो मिनीमम वैल्यू कितनी है -12। सो मिनीमम वैल्यू ऑफ z is equal to -12 at which point 0 4 और 4 0। मैं कुछ गलत लिखा थे, लेट मी चेक। यस, पॉइंट इज 4 0। इत्थे ऊपर इत्थे 4 0 है, ठीक है जी।